ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਜਿਵੇਂ ਕਹੀਏ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹਰ ਤਬਕਾ ਹੁਣ ਜਿਵੇਂ ਆ ਕੇ ਖੜ ਰਿਹਾ ਤਾਂ ਉਹਦੇ ਵਿੱਚ ਵਕੀਲ ਵੀ ਆਏ ਨੇ। ਵਕੀਲ ਖੈਰ ਪਹਿਲਾਂ ਵੀ ਆਏ ਸੀਗੇ ਪਰ ਹੁਣ 26 ਦੀ ਮਾਰਚ ਨੂੰ ਲੈ ਕੇ ਜੇ ਕਿਹਾ ਜਾਵੇ ਪਰੇਡ ਨੂੰ ਜੇ ਕਹੀਏ ਕਿ ਨੂੰ ਲੈ ਕੇ ਮਾਰਚ ਨੇ ਜਿਹੜੇ ਹੁਣ ਅਲੱਗ-ਅਲੱਗ ਥਾਵਾਂ ਤੇ ਸ਼ੁਰੂ ਹੋ ਗਏ ਤੇ ਸਮਰਥਨ ਦਾ ਐਲਾਨ ਕਰ ਰਹੇ ਨੇ। ਤੁਸੀਂ ਦੇਖੋ ਜਿਹੜਾ ਬਾਰ ਐਸੋਸੀਏਸ਼ਨਾਂ ਨੇ ਹੈਗੀਆਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਤੇ ਚੰਡੀਗੜ੍ਹ ਦੀ ਜਿਹੜੀ ਹੈ ਜੇ ਕਹੀਏ ਸੈਸ਼ਨ ਕੋਰਟ ਦਾ ਉਧਰੋਂ ਬਾਰ ਕੌਂਸਲਾਂ ਨੇ 4 ਬਾਰ ਕੌਂਸਲਾਂ ਨੇ ਅੱਜ ਮਾਰਚ ਕਰਿਆ ਤੇ ਤੁਸੀਂ ਦੇਖੋ ਕਿ ਕਿਸਾਨੀ ਝੰਡੇ ਫੜ ਕੇ ਵਕੀਲ ਨੇ ਜਿਹੜੇ ਉਹ ਸਮਰਥਨ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜੇ ਕਹੀਏ ਕਿ तमाम चीज़ों को लैके आपका समर्थन है उन्होंने दिखाया कि किवें रहूगा तो गलबात भी करांगे उन्होंने नाल कि आखिरकार मकसद लैके चले ने। वकील साहब देखा जाए पहले तक शामिल कौन कौन होए ने अज देखो अज साडे इत्थे इस प्रोटेस्ट च डिस्ट्रिक्ट बार एसोसीएशन चंडीगढ़ जिन्होंने इनीशिएटिव लिता सो उहदे नाल डिस्ट्रिक्ट बार एसोसीएशन मोहाली पंचकूला के कुछ वकील ते नाल ऑनरेबल हाई कोर्ट ते DRT दे ਇਹ ਜਿਹੜਾ ਇੰਟਾਇਰ ਬਾਰ ਸੈਸ਼ਨ ਦਾ ਮਤਲਬ ਆਫੀਸ਼ੀਅਲ ਨਹੀਂ ਹੈਗਾ। ਇਹ ਐਡਵੋਕੇਟ ਜਿਹੜੇ ਦੇ ਵਿੱਚ ਕਿਸਾਨ ਪੱਖੀ ਵਕੀਲ ਨੇ, ਕਿਸਾਨ ਹਤੇਸ਼ੀ ਕਰੀ ਜਿਹੜੇ ਵਕੀਲ ਜਿਹੜੇ ਨੇ ਇਹ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈਗਾ ਕਿ ਅਸੀਂ ਇਹ ਆਪਣੇ ਕਿਸਾਨਾਂ ਦੇ ਹੱਕ 'ਚ ਖੜੇ ਹੋਈਏ ਤੇ ਜਿਹੜੇ ਕਾਲੇ ਕਾਨੂੰਨ ਇਹ ਮੋਦੀ ਸਾਹਿਬ ਲੈ ਕੇ ਆਏ ਨੇ ਇਹ ਸਮਝਾਈਏ ਲੋਕਾਂ ਨੂੰ। ਕਿਉਂਕਿ ਹੁਣ ਤੱਕ ਬੀਜੇਪੀ ਕਹਿੰਦੀ ਹੈ ਜਾਂ ਮੋਦੀ ਸਾਹਿਬ ਦੀ ਸਰਕਾਰ ਉਹਨਾਂ ਦੇ ਮੰਤਰੀ ਕਹਿੰਦੇ ਆ ਕਿ ਜਿਹੜੇ ਇਹ ਕਾਨੂੰਨ ਨੇ ਇਹ ਕਾਨੂੰਨ ਅਸੀਂ ਕਦੀ ਪੰਜਾਬੀ 'ਚ ਲਿਖ ਕੇ ਭੇਜਦੇ ਵੀ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ, ਕਿਸਾਨਾਂ ਨੂੰ ਪਤਾ ਨਹੀਂ ਲੱਗ ਰਿਹਾ। ਇਹ ਪ੍ਰੋਟੈਸਟ ਦਾ ਪਰਪਸ ਉਹਨਾਂ ਨੂੰ ਦੱਸਣਾ ਹੈ ਕਿ ਅਸੀਂ ਕਿਸਾਨ ਪਰਿਵਾਰਾਂ ਤੋਂ ਹੈ, ਕਿਸਾਨ ਪਰਿਵਾਰਾਂ ਤੋਂ ਜੰਮੇ ਹੋਏ ਨੇ। ਮੈਕਸਿਮਮ ਵਕੀਲ ਜਿਹੜੇ ਕਿਸਾਨ ਪਰਿਵਾਰਾਂ ਤੋਂ ਹੀ ਨੇ। ਅਸੀਂ ਲਾਅ ਗ੍ਰੈਜੂਏਟ ਨੇ, ਸਾਨੂੰ ਐਕਟ ਬਹੁਤ ਵਧੀਆ ਤਰੀਕੇ ਨਾਲ ਆਉਂਦੇ ਨੇ। ਅਸੀਂ ਕਹਿਣਾ ਚਾਹੁੰਦੇ ਹਾਂ ਬੀਜੇਪੀ ਲੀਡਰਸ਼ਿਪ ਨੂੰ, ਉਹਨਾਂ ਨੂੰ ਐਕਟ ਸਮਝ ਨਹੀਂ ਆਏ, ਅਸੀਂ ਸਮਝਾਵਾਂਗੇ। ਅਸੀਂ ਅਨਪੜ੍ਹ ਪਰਿਵਾਰਾਂ ਤੋਂ ਨਹੀਂ, ਅਸੀਂ ਵਕੀਲ ਕੌਮ ਹੈ, ਕਿਸਾਨ ਪਰਿਵਾਰਾਂ ਤੋਂ ਹੈ, ਸਾਨੂੰ ਬਖੂਬੀ ਐਕਟਾਂ ਬਾਰੇ ਪਤਾ ਹੈ। ਆਣ ਅਸੀਂ ਉਹਨਾਂ ਨੇ ਮੰਤਰੀਆਂ ਨੂੰ ਸਮਝਾਵਾਂਗੇ ਐਕਟ ਕਿੰਨੇ ਕੁ ਜਿਹੜੇ ਹੈਗੇ ਆ ਖਿਲਾਫ ਨੇ ਕਿਸਾਨਾਂ ਦੇ। ਜਿਹੜੀ ਉਹਨਾਂ ਨੇ ਕਹੀ ਹੈ ਕਿ ਪ੍ਰਪੋਜ਼ਲ ਦਿੱਤੀ ਸੀ, ਖੈਰ ਠੁਕਰਾਤੀ ਪ੍ਰਪੋਜ਼ਲ 18 ਮਹੀਨੇ ਵਾਲੀ 1.5 ਸਾਲ 2 ਸਾਲ ਵਾਲੀ ਵੀ ਅਸੀਂ ਸਟੇ ਤੇ ਪਾ ਦੇਣਾ ਇੱਕ ਤਰ੍ਹਾਂ ਦਾ, ਤਾਂ ਉਹਨੂੰ ਲੈ ਕੇ ਕਿਵੇਂ ਸੋਚਦੇ ਹੋ? ਅਸਲ ਉਹਦੇ 'ਚ ਜੇ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਕਿਉਂਕਿ ਜਦੋਂ ਹੁਣ ਸੰਵਿਧਾਨ ਇੱਕ ਤਰ੍ਹਾਂ ਦਾ ਉਹ ਬਣ ਗਿਆ ਹੈਗਾ, ਉਦੋਂ ਬਾਅਦ ਲਾਅ ਬਣ ਗਿਆ ਹੈਗਾ, ਤਾਂ ਉਹਦੇ ਵਿੱਚ ਕਾਨੂੰਨੀ ਤੌਰ ਤੇ ਕੀ ਉਹ ਇਫੈਕਟਿਵ ਹੈਗਾ? ਦੇਖੋ ਜਿਹੜੀ ਪ੍ਰਪੋਜ਼ਲ ਉਹਨਾਂ ਨੇ ਦਿੱਤੀ ਆਲਰੇਡੀ ਮੈਨੂੰ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਸੀ ਵਕੀਲ ਉਸ ਤੋਂ ਬਿਲੋਂਗ ਕਰਦੇ ਪ੍ਰੋਫੈਸ਼ਨ ਤੋਂ। ਤੇ ਜੁਡੀਸ਼ਰੀ ਜਿਹੜੀ ਹੈਗੀ ਆ, ਜੁਡੀਸ਼ਰੀ ਨੇ ਜਿਹੜਾ ਇਹ ਮੈਂਬਰੀ ਆਨਰੇਬਲ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਵਾਲਾ ਮੈਂ ਡਰਾਮਾ ਕਹੂੰਗਾ ਨਾ ਜਿਹੜਾ ਰਚਿਆ ਉਹ ਨਾ ਉਹ ਇੱਕ ਸਰਕਾਰ ਪੱਖੀ ਡਰਾਮਾ ਸੀਗਾ। ਉਹਨਾਂ ਨੇ ਵੀ ਸਟੇ ਲਾ ਕੇ ਉਹਨਾਂ ਦਾ ਮੋਟਿਵ ਵਿੱਚ ਇਹ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਉਹ ਹੈ ਸਰਕਾਰ, ਉਹਨਾਂ ਦਾ ਮਤਲਬ ਔਰ ਪਰਪਸ ਸਿਰਫ ਇੱਕੋ ਹੀ ਹੈ ਕਿ ਕਿਸੇ ਤਰੀਕੇ ਨਾਲ ਇਹ ਮੂਵਮੈਂਟ ਅੱਜ ਇੱਥੋਂ ਉੱਠ ਖੜੀ ਹੋਵੇ, ਇੱਥੋਂ ਚਲੇ ਜਾਵੇ ਤਾਂ ਕਿ ਮੁੜ ਕੇ ਦੁਬਾਰਾ ਰੀਯੂਨਾਈਟ ਅਸੀਂ ਇਹਨਾਂ ਨੂੰ ਹੋਣ ਨਹੀਂ ਦੇਵਾਂਗੇ। ਅੱਜ ਸਿਰਫ ਇੱਕੋ ਪਰਪਸ ਹੈ ਕਿ ਕਿਸੇ ਤਰੀਕੇ ਨਾਲ ਜੋ ਦਿੱਲੀ ਮੋਰਚੇ ਦੇ ਉੱਥੇ ਬੈਠੇ ਨੇ ਸਾਡੇ ਕਿਸਾਨ ਭਰਾ ਔਰ ਆਲ ਓਵਰ ਇੰਡੀਆ ਜਿਵੇਂ ਅਸੀਂ ਵੀ ਅੱਜ ਆਏ ਹੋਏ ਨੇ, ਲੋਕ ਜਾਗਰੂਕ ਹੋ ਗਏ ਹੈ ਤੇ ਕਿਸਾਨ ਸਰਕਾਰ ਦੇ ਖਿਲਾਫ ਨੇ। ਉਹ ਖਿਲਾਫਤ ਇੱਕ ਤਰ੍ਹਾਂ ਦੀ ਖਤਮ ਹੋ ਜਾਏ, ਉਹਨੂੰ ਖਤਮ ਕਰਨ ਦਾ ਆਨਰੇਬਲ ਸੁਪਰੀਮ ਕੋਰਟ ਦਾ ਸਰਕਾਰ ਦੋਨਾਂ ਦਾ ਇੱਕੋ ਤਰ੍ਹਾਂ ਦਾ ਉਹ ਨਿਸ਼ਾਨਾ ਸਾਡੇ ਉੱਤੇ ਹੈਗਾ। ਸਾਹਿਬ ਹੋਰ ਚੀਜ਼ ਦੱਸੋ, ਜਿਹੜੇ NIA ਦੇ ਨੋਟਿਸ ਆ ਰਹੇ ਨੇ, ਤੁਸੀਂ ਤਾਂ ਵਕੀਲ ਹੋ, ਤੁਹਾਨੂੰ ਕਾਨੂੰਨ ਦੀ ਸਮਝ ਹੋਣੀ ਆ, ਉਹ ਨੋਟਿਸਾਂ ਦਾ ਆਧਾਰ ਕੀ ਹੈਗਾ ਤੇ ਉਹਦੇ ਨਾਲ ਉਹਨੂੰ ਦੇਖਿਆ ਜਾਵੇ ਜਿਹਨੂੰ ਵੀ ਨੋਟਿਸ ਜਾ ਰਿਹਾ, ਸਪੋਜ਼ ਕਰੋ ਕਿ ਤੁਹਾਨੂੰ ਨੋਟਿਸ ਆ ਜਾਂਦਾ ਤਾਂ ਉਹਦਾ ਖਤਰਾ ਕਿੰਨਾ ਕੁ ਵੱਡਾ ਹੈਗਾ ਤੇ ਅਸਲ ਏਜੰਸੀ ਦਾ ਮਕਸਦ ਕੀ ਹੈ, ਕਿਸ ਕੇਸ 'ਚ ਹੋਣਗੇ, ਕੋਈ ਇਸ ਤਰ੍ਹਾਂ ਦਾ ਉਹ ਤੋਂ ਸਪਸ਼ਟ ਹੁੰਦੀ ਹੈ? ਦੇਖੋ ਜਿਹੜਾ NIA ਦੇ ਨੋਟਿਸ ਹੈ, ਸਰਕਾਰ ਆਪਣੀ ਏਜੰਸੀਆਂ ਨੂੰ ਚਾਹੇ ਉਹ ਆਪੋਜੀਸ਼ਨ ਪਾਰਟੀਆਂ ਹੋਣ, ਤੁਸੀਂ ਦੇਖਿਆ ਕਿਵੇਂ CBI ED NIA ਇਹਨਾਂ ਦੇ ਤੋਤੇ ਨੇ, ਸਰਕਾਰ ਉਹਨਾਂ ਨੂੰ ਹਮੇਸ਼ਾ ਵਰਤਦੀ ਟਾਈਮ ਟੂ ਟਾਈਮ। ਬਸ ਹੁਣ ਫਰਕ ਇਹ ਹੈ ਕਿ ਸਰਕਾਰ ਹੁਣ ਜਨਰਲ ਪਬਲਿਕ ਤੇ ਲੋਕਾਂ ਤੇ ਆਪਣੇ ਹੱਕ ਵਾਸਤੇ ਲੜਨ ਵਾਲਿਆਂ ਤੇ ਇਹ ਤਰੀਕੇ ਵਰਤ ਰਹੀ ਹੈ। ਇੱਕ ਸਿੱਖ ਫॉर ਜਸਟਿਸ ਪਤਾ ਨਹੀਂ 4 ਕੁ ਬੰਦਿਆਂ ਦੀ ਕੋਈ ਆਰਗੇਨਾਈਜੇਸ਼ਨ ਹੈਗੀ ਹੈ ਤੇ ਉਹਦਾ ਆਧਾਰ ਬਣਾ ਕੇ ਵਿਟਨੈਸ ਦੇ ਨੋਟਿਸ ਭੇਜ ਕੇ ਪ੍ਰੈਸ਼ਰਾਈਜ਼ ਟੈਕਟਿਸ, ਇਹ ਸਿਰਫ ਪ੍ਰੈਸ਼ਰਾਈਜ਼ ਟੈਕਟਿਸ ਹੈਗੇ ਨੇ ਜੇ ਕਿਸਾਨ ਲੀਡਰ ਡਰ ਜਾਣ, ਕਿਸਾਨਾਂ ਨੂੰ ਫੰਡਿੰਗ ਕਰਨ ਵਾਲੇ, ਕਿਸਾਨਾਂ ਨੂੰ ਹੈਲਪ ਕਰਨ ਵਾਲੇ ਡਰ ਜਾਣ ਤੇ ਕੋਈ ਵੱਡੀ ਗੱਲ ਨਹੀਂ ਕਿ ਅੱਜ ਅਸੀਂ ਇੱਥੇ ਵਕੀਲਾਂ ਨੇ ਪ੍ਰੋਟੈਸਟ ਕੀਤਾ, ਸਾਡੇ ਚੋਂ ਵੀ ਕਈਆਂ ਨੂੰ NIA ਦੇ ਨੋਟਿਸ ਆ ਜਾਣ। ਇਹ ਸਿਰਫ ਡਰਾਵਾ ਹੈ, ਪਰ ਅਸੀਂ ਸਰਕਾਰ ਨੂੰ ਇਹ ਖੁੱਲ੍ਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਡਰਨ ਵਾਲੇ ਨਹੀਂ ਹੈ। ਅਸੀਂ ਉਹ ਲੋਕ ਹੈ ਜਿਨ੍ਹਾਂ ਨੇ 80% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ। ਅਸੀਂ ਉਹ ਲੋਕ ਹੈ, ਸਾਡੇ ਖੂਨ 'ਚ ਕ੍ਰਾਂਤੀ ਜਿਹੜੀ ਹੈਗੀ ਹੈ ਉਹ ਕੂਟ ਕੇ ਭਰੀ ਹੋਈ ਹੈ। ਅਸੀਂ NIA ਤੇ ਹੋਰ EDਆਂ ਦੇ ਨੋਟਿਸਾਂ ਤੋਂ ਡਰਨ ਵਾਲੇ ਨਹੀਂ ਹੈ, ਇਹ ਸਿਰਫ ਡਰਾਵਾ ਹੈ। ਨੋਟਿਸ ਵਾਲੇ ਆਉਂਦੇ ਨੇ ਜਿਵੇਂ ਕਿ ਤੁਸੀਂ ਸਾਰੇ ਕਿਸਾਨ ਹਿਤੈਸ਼ੀ ਆਏ ਹੋਗੇ, ਜੇ ਤੁਹਾਡੇ ਕੋਲ ਆਉਂਦੇ ਨੇਗੇ ਤਾਂ ਫਿਰ ਤੁਸੀਂ ਕੱਲ੍ਹ ਨੂੰ ਉਹਨਾਂ ਦੇ ਕੇਸ ਲੜੋਗੇ ਕਿਉਂਕਿ ਕਿਸਾਨਾਂ ਵੇਲੇ ਤਾਂ ਤੁਸੀਂ ਦੇਖੋ ਪਤਾ ਕੀ ਹੈ, ਸਾਡੀ
ਬਾਰ ਕੌਂਸਲ ਜਿਹੜੀ ਹੈਗੀ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਨੇ ਵੀ ਆਲਰੇਡੀ ਅਨਾਉਂਸ ਕਰ ਚੁੱਕੀ ਹੈ, ਇਸ ਮੈਟਰ ਤੇ ਸਪੋਰਟ ਕਰ ਚੁੱਕੀ ਹੈ। ਵੱਖ-ਵੱਖ ਬਾਰ ਐਸੋਸੀਏਸ਼ਨ ਵੀ ਸਪੋਰਟ ਕਰ ਚੁੱਕੀਆਂ, ਵੱਖ-ਵੱਖ ਵਕੀਲ ਜਥੇਬੰਦੀਆਂ ਵੀ ਸਪੋਰਟ ਕਰ ਚੁੱਕੀਆਂ ਕਿ ਅਸੀਂ ਕੋਈ ਵੀ ਕਿਸਾਨਾਂ ਦੇ ਰਿਲੇਟਡ ਕੋਈ ਵੀ ਕੇਸ ਆਂਦਾ ਅਸੀਂ ਫ੍ਰੀ ਆਫ ਕਾਸਟ ਲੜਨ ਨੂੰ ਤਿਆਰ ਹਾਂ। ਅਸੀਂ ਵੀ ਖੁੱਲਾ ਸੱਦਾ ਦਿੰਦੇ ਹਾਂ। ਸਾਡੀ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਜਿੰਨੇ ਵੀ ਇੱਥੇ ਕਿਸਾਨ ਹਿਤੈਸ਼ੀ ਵਕੀਲ ਆਏ ਆ, ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਕੀਲ ਆਏ ਨੇ, ਮੋਹਾਲੀ ਦੇ ਪੰਚਕੂਲਾ ਵਾਲੇ ਆਏ ਨੇ, ਡੀਆਰਟੀ ਵਾਲੇ ਆਏ ਨੇ, ਅਸੀਂ ਸਾਰੇ ਖੁੱਲਾ ਆਫਰ ਦਿੰਦੇ ਹਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਇੱਦਾਂ ਦੀ ਆਂਦੀ ਹੈ ਅਸੀਂ ਖੁੱਲੇ ਮਨ ਨਾਲ ਖੁੱਲੇ ਦਿਲ ਨਾਲ ਉਹਨਾਂ ਦੀ ਸਪੋਰਟ ਕਰਾਂਗੇ, ਕਿਉਂਕਿ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ, ਇਹ ਪੂਰੇ ਦੇਸ਼ ਦਾ ਅੰਦੋਲਨ ਹੈ। ਇਹ ਲੜਾਈ ਜਿਹੜੀ ਹੈਗੀ ਹੈ ਇਹ ਡਿਕਟੇਟਰਸ਼ਿਪ ਦੇ ਖਿਲਾਫ ਡੈਮੋਕ੍ਰੇਸੀ ਦੀ ਲੜਾਈ ਹੈ, ਲੋਕਤੰਤਰ ਦੀ ਲੜਾਈ। ਅਸੀਂ ਲੋਕਤੰਤਰ ਦੀ ਲੜਾਈ ਲੜ ਰਹੇ ਹਾਂ। ਇੱਕ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰ ਲੈਣਾ ਚਾਹੁੰਦਾ ਤੁਹਾਡੀ ਗੱਲ 'ਚ, ਜਿਹੜੀ 26 ਜਨਵਰੀ ਸੰਵਿਧਾਨ ਸਾਡਾ ਲਾਗੂ ਹੋਇਆ ਸੀਗਾ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਲਾਗੂ ਕੀਤਾ ਸੀਗਾ। ਅੱਜ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਜੇ ਟਰੈਕਟਰ ਲੈ ਕੇ ਦਿੱਲੀ 'ਚ ਆ ਜਾਣਗੇ ਤਾਂ ਖਤਰਾ ਹੋ ਜਾਊਗਾ। ਸੰਵਿਧਾਨ 1950 'ਚ ਲਾਗੂ ਹੋਇਆ ਸੀ। ਗਣਤੰਤਰ ਦਿਵਸ ਸਰਕਾਰੀ ਨਹੀਂ ਹੈ, ਇਹ ਦੇਸ਼ ਦਾ ਹੈ, ਦੇਸ਼ ਦੇ ਲੋਕਾਂ ਦਾ ਹੈ। ਸਾਨੂੰ ਹੱਕ ਹੈ ਸਾਡੇ ਸੰਵਿਧਾਨ ਦਿਵਸ ਤੇ, ਗਣਤੰਤਰ ਦਿਵਸ ਤੇ ਹਰ ਪਾਸੇ ਜਾਣ ਦਾ। ਉਹੀ ਸੰਵਿਧਾਨ ਸਾਨੂੰ ਰਾਈਟ ਦਿੰਦਾ ਹਰੇਕ ਸਟੇਟ 'ਚ ਫ੍ਰੀਲੀ ਘੁੰਮਣ ਦਾ, ਹਰੇਕ ਪਾਸੇ ਜਾਣ ਦਾ। ਉਹੀ ਸੰਵਿਧਾਨ ਸਾਨੂੰ ਹੱਕ ਦਿੰਦਾ ਆਰਟੀਕਲ 19(1)(a) ਦੇ ਤਹਿਤ ਪੀਸਫੁਲ ਪ੍ਰੋਟੈਸਟ ਕਰਨ ਦਾ। ਸਰਕਾਰ ਕਿਸੇ ਵੀ ਤਰੀਕੇ ਨਾਲ ਸਾਡੇ ਸੰਵਿਧਾਨਿਕ ਹੱਕ ਨੂੰ ਇਸ ਸੰਵਿਧਾਨ ਦਿਵਸ ਦੇ ਦਿਨ, ਗਣਤੰਤਰ ਦਿਵਸ ਦੇ ਦਿਨ ਖੋਹ ਨਹੀਂ ਸਕਦੀ। ਬਿਲਕੁਲ ਵਕੀਲ ਸਾਹਿਬ, ਐਨਆਈਏ ਦੀ ਨੋਟਿਸਾਂ ਦੀ ਜਦੋਂ ਗੱਲ ਹੁੰਦੀ ਆ ਉਹ ਤੁਹਾਨੂੰ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਕਿਉਂਕਿ ਵਕੀਲ ਤਬਕਾ ਹੀ ਸਮਝਦਾ ਅਸਲ ਤਾਂ ਵੀ ਉਹਦੇ ਵਿੱਚ ਕੀ ਪੇਚ ਨੇ, ਕੀ ਉਹਦੇ ਵਿੱਚ ਜਿੰਨਾ ਲੋਕਾਂ ਨੂੰ ਨੋਟਿਸ ਆਏ ਨੇ ਕੱਲ ਨੂੰ ਉਹਨਾਂ ਨੂੰ ਕੋਈ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ, ਜਾਂ ਉਹਨਾਂ ਦਾ ਆਧਾਰ ਕੀ ਅਸਲ, ਕਿਉਂਕਿ ਨੋਟਿਸ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਹੈ ਕੀ ਚੀਜ਼ ਹੈ। ਇਨਫੈਕਟ ਮੋਦੀ ਗਵਰਨਮੈਂਟ ਦਾ ਇੱਕ ਸ਼ੁਰੂ ਤੋਂ ਇੱਕ ਅਸੂਲ ਰਿਹਾ, ਜਿੰਨੇ ਵੀ ਉਹਨਾਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਤਾਂ ਉਹਦੇ ਕੋਲੇ ਈਡੀ ਦਾ ਨੋਟਿਸ ਚਲੇ ਗਿਆ, ਜਾਂ ਇਨਕਮ ਟੈਕਸ ਅਥਾਰਟੀ ਦਾ ਨੋਟਿਸ ਚਲੇ ਗਿਆ, ਜਾਂ ਸੀਬੀਆਈ ਦਾ ਨੋਟਿਸ ਚਲੇ ਗਿਆ। ਜਿੰਨੇ ਵੀ ਅੱਜ ਤੱਕ ਉਹਦੀ ਮੁਖਾਲਫਤ ਕੀਤੀ ਹੈ, ਤੁਸੀਂ ਹਿਸਟਰੀ ਖੋਲੋ, ਮੈਂ ਨਾਮ ਲੈ ਦਿੰਦਾ ਸਾਰਿਆਂ ਦਾ। ਬਟ ਦਾ ਥਿੰਗ ਇਜ਼ ਦਿਸ ਵਨ ਕਿ ਇਹਨਾਂ ਦੇ ਉੱਤੇ ਕੋਈ ਇਨਕਮ ਟੈਕਸ ਐਕਟ ਦੀ ਉਹ ਨਹੀਂ ਹੁੰਦੀ ਹੈ, ਕੋਈ ਸੀਬੀਆਈ ਦਾ ਰੂਲ ਨਹੀਂ ਬਣਦਾ ਹੈਗਾ। ਸੋ ਇੱਕ ਜਿਹੜਾ ਹੈਗਾ ਅੰਡਰ ਗ੍ਰੈਬ, ਇੱਕ ਆਪਣੀ ਏਜੰਸੀ ਨੂੰ ਮਿਸਯੂਜ਼ ਕਰਦੇ ਹੋਏ ਸਿੱਖ ਫਾਰ ਜਸਟਿਸ ਵਾਲਿਆਂ ਦਾ ਟੈਗ ਲੈ ਕੇ, ਜਿਨ੍ਹਾਂ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਫਾਰਮਰਸ ਦਾ। ਰੁਕੂੰਗਾ ਵੀ ਸਿੱਖ ਫॉर ਜਸਟਿਸ ਦੀ ਜਿਵੇਂ ਇਹਨਾਂ ਨੇ ਵੀ ਗੱਲ ਕਰੀ, ਤੁਸੀਂ ਵੀ ਕਰ ਰਹੇ ਹੋ ਕਿ ਇਹ ਨੋਟਿਸ ਉਹਨਾਂ ਦੇ ਰਿਗਾਰਡਿੰਗ ਹੈਗੇ ਨੇ ਨਾ? ਇਹ ਉਹਨਾਂ ਦੇ ਵਿੱਚੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਉਹਨਾਂ ਦੀ ਫੰਡਿੰਗ ਦੇ ਉੱਤੇ ਇਹ ਦੇਸ਼ ਦਰੋਹ ਖੜਾ ਕਰ ਰਹੇ ਹੋ। ਇਹ ਐਜੀਟੇਸ਼ਨ ਜਿਹੜਾ ਹੈਗਾ, ਇਹ ਨਰੋਲ ਤੁਹਾਡਾ ਜਿਹੜਾ ਹੈਗਾ ਫਾਰਮਰ ਦਾ ਐਜੀਟੇਸ਼ਨ ਨਹੀਂ ਹੈਗਾ। ਇਹ ਇੱਕ ਉਹ ਖਾਲਿਸਤਾਨੀ ਟੈਗ ਲਾ ਕੇ ਜਿਹੜਾ ਉਹਨਾਂ ਨੇ ਪਹਿਲਾਂ ਵਰਡਿਕਟ ਦਿੱਤੀ ਸੀਗੀ ਜੀ ਇਹ ਖਾਲਿਸਤਾਨੀ ਨੇ, ਇਹ ਨੈਕਸਲਾਈਟ ਨੇ, ਇਹ ਦੇਸ਼ ਦਰੋਹੀ ਨੇ, ਉਹ ਜਿਹੜੀਆਂ ਗੱਲਾਂ ਇਹ ਕਰਦੇ ਨੇ, ਇਹ ਉਹਦੇ ਟੈਗ ਦੇ ਥੱਲੇ ਅੰਡਰ ਦੈਟ ਕਵਰ ਇਹ ਉਹ ਐਨਆਈਏ ਦਾ ਨੋਟਿਸ ਭੇਜਿਆ ਜਾ ਰਿਹਾ ਹੈ। ਸਾਡੇ ਲੀਡਰਸ ਆਲਰੇਡੀ ਡਿਨਾਈ ਕਰ ਚੁੱਕੇ ਨੇ ਵੀ ਅਸੀਂ ਕਿਸੇ ਏਜੰਸੀ ਅੱਗੇ ਪੇਸ਼ ਨਹੀਂ ਹੋਣਾ। ਲੇਕਿਨ ਇਹਦੀ ਗੱਲ ਦੂਸਰੀ ਇਹ ਹੈਗੀ ਹੈ ਕਿ ਅਸੀਂ ਖੁੱਲੇ ਦਿਲ ਨਾਲ ਇਹ ਗੱਲ ਕਹਿੰਦੇ ਆ ਵੀ ਜੇ ਕੱਲ ਨੂੰ ਕਿਸੇ ਦਾ ਪ੍ਰੋਸੀਕਿਊਸ਼ਨ ਸ਼ੁਰੂ ਹੁੰਦਾ ਹੈਗਾ ਦੈਨ ਵੀ ਵਿਲ contest it, we will contest the cases of those farmers free of cost and by tooth and nail। ਇਹੀ ਚੀਜ਼ ਸਮਝਣ ਚ ਆ ਜਾਂਦੀ ਹੈ ਕਿਉਂਕਿ ਨੋਟਿਸ ਆਏ, ਬਹੁਤ ਹੋ ਹੱਲਾ ਮਚ ਗਿਆ। ਕਿਸਾਨਾਂ ਨੇ ਵੀ ਉੱਥੇ ਕਿਹਾ ਜਾ ਕੇ, ਸੈਂਟਰ ਨੂੰ ਵੀ ਕਿਹਾ ਕਿ ਤੁਸੀਂ ਨੋਟਿਸ ਕਿਉਂ ਭੇਜ ਰਹੇ ਹੈਗੇ ਹੋ, ਜਿਹੜੇ ਸਾਡੇ ਹਿਤੈਸ਼ੀ ਲੋਕ ਨੇ ਉਹਨਾਂ ਨੂੰ ਨੋਟਿਸ ਜਾ ਰਹੇ ਹੈਗੇ ਨੇ। ਪਰ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇਗੀਆਂ, ਉਹਨਾਂ ਨੂੰ ਦੇਖਣਾ ਕੀ ਗਲਤ ਹੈ ਕੀ ਠੀਕ ਹੈਗਾ। ਤਾਂ ਇਹ ਨੋਟਿਸਾਂ ਦਾ ਅਸਲੀ ਆਧਾਰ ਕੀ ਮੰਨਿਆ ਜਾਵੇ? ਹੁਣ ਤਾਂ ਕੁਝ ਪਤਾ ਲੱਗਿਆ ਵੀ ਕੀ ਨੇ ਇਹ ਨੋਟਿਸ। ਅਸਲੀ ਆਧਾਰ ਦੇਖੋ, ਨੋਟਿਸ ਦੇ ਵਿੱਚ ਕੁਝ ਨਹੀਂ ਹੈਗਾ। ਇਹ ਸਿਰਫ ਕੁਝ ਲੋਕ ਜਿਹੜੇ ਦਿਲੋਂ ਉੱਤੇ ਖੜੇ ਨੇ, ਕਿਸਾਨ ਵਿਚਾਰੇ, ਉਹਨਾਂ ਨੂੰ ਸੁੱਟਣ ਦੀ ਗੱਲ ਹੈਗੀ ਆ ਵੀ ਉਹਨਾਂ ਨੂੰ ਅਸੀਂ ਕਾਨੂੰਨੀ ਤੌਰ ਤੇ ਡਰਾ ਦਾਂਗੇ, ਉਹ ਡਰ ਜਾਣਗੇ, ਟਰੈਪ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਕੇਸ ਉੱਥੇ ਜਾ ਕੇ ਭੁਗਤਣੇ ਬੜੇ ਔਖੇ ਨੇ। ਇਸ ਕਰਕੇ ਇਹ ਜਿਹੜਾ ਕੰਮ ਕਰ ਰਹੇ ਨੇ, ਉਹਨਾਂ ਨੂੰ ਇਸ ਜਿਹੜੀ ਮੂਵਮੈਂਟ ਨੂੰ ਖਤਮ ਕਰਨ ਨੂੰ ਲੱਗੇ ਹੋਏ ਨੇ। ਹੋਰ ਕੁਝ ਨਹੀਂ ਹੈ। ਅਸੀਂ ਵਕੀਲ ਹੈਗੇ, ਪੜ੍ਹੇ ਲਿਖੇ ਆ, ਆ ਗਲੇ ਐਵੇਂ ਨਹੀਂ ਫਾੜੇ ਅਸੀਂ। ਸਾਡੇ ਬੱਚੇ ਉੱਥੇ ਜਾ ਰਹੇ ਨੇ, ਉਹ ਟੈਰਰਿਸਟ ਨਹੀਂ ਹੈਗੇ। ਉਹਨਾਂ ਨੂੰ ਵੀ ਪਤਾ ਸਾਡੇ ਖੂਨ 'ਚ ਜੋ ਵਸਿਆ ਉਹ ਉੱਥੇ ਦਾ ਪਾਣੀ ਹੈਗਾ, ਖੇਤਾਂ ਦਾ ਪਾਣੀ ਹੈ। ਜੇ ਕਿਸਾਨ ਹੈਗਾ ਤੇ ਰਾਮ ਹੈਗਾ, ਜੇ ਕਿਸਾਨ ਹੈਗਾ ਰਾਮ ਹੈਗਾ, ਕਿਸਾਨ ਜਵਾਨ ਹੈਗੇ ਤੇ ਭਗਵਾਨ ਹੈਗਾ। ਜੇ ਭਗਵਾਨ ਤੇ ਇਨਸਾਨ ਨਹੀਂ, ਰਾਮ ਨਹੀਂ ਹੈਗਾ। ਉਹਨਾਂ ਨੂੰ ਇਸ ਚੀਜ਼ ਸਮਝ ਆਉਣ ਜਾਣੀ ਚਾਹੀਦੀ ਆ। ਆ ਜਿਹੜਾ ਰਾਮ ਨੂੰ ਗੁਣ ਗਾਉਂਦੇ ਨੇ, ਜੇ ਜਵਾਨ ਤੇ ਭਗਵਾਨ ਨਾ ਹੁੰਦੇ, ਜਵਾਨ ਨਾ ਹੁੰਦੇ ਤਾਂ ਭਗਵਾਨ ਨਾ ਹੁੰਦਾ, ਭਗਵਾਨ ਨਾ ਹੁੰਦਾ ਇਨਸਾਨ ਨਾ ਹੁੰਦਾ, ਇਨਸਾਨ ਨਾ ਹੁੰਦਾ ਤਾਂ ਰਾਮ ਨਾ ਹੁੰਦਾ। ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਐਡੇ ਵੱਡੇ ਭਗਤ ਨਾ ਬਣੋ। ਇੱਕ ਜਵਾਨਾਂ ਤੇ ਕਿਸਾਨਾਂ 'ਚ ਰੱਬ ਦੇਖ ਲਓ। ਇਹ ਜਿਹੜਾ ਹੁਣ ਉਹਨਾਂ ਨੇ ਮੀਟਿੰਗਾਂ ਕੀਤੀਆਂ ਹੈਗੀਆਂ, ਉਹ ਮੀਟਿੰਗਾਂ ਇਸੇ ਕਰਕੇ ਕਹਿ ਰਹੇ ਨੇ ਉਹਨਾਂ ਦੇ ਪੈਰਾਂ 'ਚ ਥੱਲੇ ਫਿਸਲਣ ਪੈਦਾ ਹੋ ਗਈ, ਉਹ ਫਿਸਲ ਕੇ ਡਿੱਗਣ ਵਾਲੇ ਹੋ ਗਏ ਨੇ, ਹੁਣ ਸੰਭਲ ਨਹੀਂ ਰਹੇ ਹੈਗੇ ਆ। ਇਸ ਕਰਕੇ ਇਹ ਮੂਵਮੈਂਟ ਜਿਹੜੀ ਹੈਗੀ ਆ
ਪੂਰੀ ਤਰ੍ਹਾਂ ਇੰਨਾ ਉੱਥੇ ਫਿਸਲਣ ਪੈਦਾ ਕਰ ਦਾਂਗੇ, ਸਾਰੇ ਲੀਡਰ ਭੁੰਜੇ ਕਰਨਗੇ। ਇਨਕਲਾਬ ਜਿੰਦਾਬਾਦ। ਬਿਲਕੁਲ ਤੁਸੀਂ ਦੇਖੋ ਕਿ ਕਿਸਾਨ ਨਿਦੇਸ਼ਾਂ ਦੇ ਤੌਰ ਤੇ ਹਰ ਕੋਈ ਹੈ ਜਿਹੜਾ ਇੱਥੇ ਆਇਆ ਹੋਇਆ ਤੇ ਵਕੀਲ ਨੇ, ਵਕੀਲਾਂ ਨਾਲ ਇਹੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ ਜਿਹੜੇ ਹਿਸਾਬ ਦੇ ਨਾਲ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦੇ ਨਾਲ ਸਾਰੇ ਵਕੀਲ ਇੱਥੇ ਆਏ ਨੇ, ਇਸੇ ਲਈ ਕੋਸ਼ਿਸ਼ ਕਰ ਰਹੇ ਆ ਕਿਉਂਕਿ ਚਲੋ ਠੀਕ ਹੈ ਪ੍ਰੋਟੈਸਟ ਕਰ ਰਹੇ ਨੇ, ਕਿਸਾਨ ਹਤੇਸ਼ੀ ਹੋਣ ਦਾ ਨਾਰਾ ਲਾ ਰਹੇ ਨੇ, ਪਰ ਇਹਦੇ ਜੇ ਦੇਖਿਆ ਜਾਵੇ ਜਿਹੜੇ ਲੀਗਲ ਫੈਕਟਸ ਕੀ ਨੇਗੇ ਉਹ ਵੀ ਨਾਲੋਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡੀ ਜਮਾਤ ਵਕੀਲਾਂ ਦੀ ਉਰੇ ਖੜੀ ਆ, ਸੀਨੀਅਰ ਵਕੀਲ ਬਹੁਤ ਸਾਰੇ ਹੈਗੇ ਨੇ। ਤਾਂ ਨੋ ਫਾਰਮਰ ਨੋ ਫੂਡ ਦੀ ਗੱਲ ਆ, ਆਰਐਸ ਬੈਂਸ ਖੜੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਬੈਂਸ ਸਾਹਿਬ, ਵਕੀਲਾਂ ਨੇ ਤਾਂ ਖੈਰ ਸ਼ੁਰੂ ਤੋਂ ਸਪੋਰਟ ਬੜੀ ਕੀਤੀ ਆ, ਇੱਕ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਐਨਆਈਏ ਦੇ ਨੋਟਿਸ ਆ ਰਹੇ ਨੇ ਉਹ ਨੋਟਿਸ ਹੈ ਕਿਸ ਚੀਜ਼ ਦੇ ਨੇ। ਹਜੇ ਤੱਕ ਤਾਂ ਲੋਕਾਂ ਨੂੰ ਜੇ ਕਹੀਏ ਕਿ ਨੋਟਿਸ ਤਾਂ ਦੇਖ ਲਿਆ, ਬਹੁਤ ਹੋ ਹੱਲਾ ਹੋ ਗਿਆ, ਪਰ ਅਸਲ ਹੈ ਕੀ ਚੀਜ਼ ਆ, ਸਮਝੋ ਕੁਝ ਹੁਣ ਤੱਕ ਤੁਸੀਂ? इससे जो NIA नोटिस भेज रहा है पंजाबी बोलो, ਜਿਹੜੇ 400-500 ਕਿਸਾਨਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਜਾਂ ਜਰਨਲਿਸਟ ਨੂੰ ਜਾਂ ਵਕੀਲਾਂ ਨੂੰ ਨੋਟਿਸ ਆਏ ਹੈ ਪਿਛਲੇ 10-15 ਦਿਨਾਂ ਦੇ ਵਿੱਚ, ਇਹ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੇ ਭੇਜਿਆ ਹੈ। ਉਹ ਨੋਟਿਸ ਸਾਰੇ ਇੱਕ ਕੇਸ ਦੀ ਗੱਲ ਕਰ ਰਹੇ ਨੇ। ਉਹ ਕੇਸ ਹੈਗਾ ਰੈਫਰੈਂਡਮ 2020 ਸਿਕਸ ਫॉर ਜਸਟਿਸ, ਇੱਕ ਛੋਟੀ ਜਿਹੀ 2-4 ਬੰਦਿਆਂ ਦੀ ਆਰਗੇਨਾਈਜੇਸ਼ਨ ਹੈ ਅਮਰੀਕਾ ਦੇ ਵਿੱਚ, ਜਿਨ੍ਹਾਂ ਨੇ ਕਈ ਸਾਲਾਂ ਤੋਂ ਰਿਕਾਰਡਡ ਮੈਸੇਜ ਭੇਜਦੇ ਰਹਿੰਦੇ ਹੈ ਕਿ ਸਾਨੂੰ ਰੈਫਰੈਂਡਮ ਕਰਾਉਣਾ ਚਾਹੀਦਾ ਪੰਜਾਬ ਦੇ ਵਿੱਚ, ਕਿ ਪੰਜਾਬ ਰਹਿਣਾ ਚਾਹੁੰਦਾ ਹਿੰਦੁਸਤਾਨ ਵਿੱਚ ਤਾਂ ਨਹੀਂ। ਉਹ ਰੈਫਰੈਂਡਮ ਉਹ ਕਹਿੰਦੇ ਕਿ ਯੂਐਨਓ ਨੇ ਸਾਨੂੰ ਹੱਕ ਦਿੱਤਾ ਹੈ ਇੱਦਾਂ ਦਾ ਰੈਫਰੈਂਡਮ ਕਰਾਉਣ ਲਈ। ਉਹ ਹੱਕ ਦਿੱਤਾ ਹੈ ਕਿ ਨਹੀਂ ਦਿੱਤਾ, ਯੂਐਨਏ ਦੀ ਕਿੰਨੀ ਅਥਾਰਟੀ ਇੰਡੀਆ ਵਿੱਚ ਨਹੀਂ ਦਿੱਤਾ, ਮਗਰ ਉਹ ਇੱਦਾਂ ਦਾ ਕੰਪੇਨ ਚਲਾਉਂਦੇ ਹੈ। ਫਿਰ ਉਹਨੂੰ ਇਸਤੇਮਾਲ, ਔਰ 2020 ਖਤਮ ਹੋ ਚੁੱਕਾ ਹੈ, ਉਸ ਦੇ ਬਾਵਜੂਦ NIA ਨੇ ਦਸੰਬਰ 20 ਨੂੰ ਇੱਕ FIR ਦਰਜ ਕਰਤਾ ਕਿ ਜੀ ਬਾਹਰੋਂ ਲੋਕ ਪੈਸਾ ਭੇਜ ਰਹੇ ਪੰਜਾਬ ਦੇ ਵਿੱਚ, ਉਹ ਪੈਸਾ ਰੈਫਰੈਂਡਮ 2020 ਲਈ ਇਸਤੇਮਾਲ ਹੋ ਰਿਹਾ ਹੈ ਔਰ ਉਹੀ ਪੈਸਾ ਕਿਸਾਨ ਅੰਦੋਲਨ ਵਿੱਚ ਹੋ ਰਿਹਾ ਹੈ। ਇਸ ਬਹਾਨੇ ਨਾਲ ਉਹਨਾਂ ਨੇ ਨੋਟਿਸ ਭੇਜਣੇ ਸ਼ੁਰੂ ਕਰਤੇ। ਹੁਣ ਪੰਜਾਬ ਵਿੱਚ ਹਰ ਘਰ ਵਿੱਚ ਨਿਆਣਾ ਬਾਹਰ ਹੈ, ਕੁਛ ਰੁਪਈਆ ਕੋਈ ਨਾ ਕੋਈ ਨਿਆਣਾ ਆਪਣੇ ਮਾਤਾ ਪਿਤਾ ਨੂੰ ਭੇਜਦਾ ਹੀ ਭੇਜਦਾ ਹੈ। ਉਹਨੂੰ ਇਸਤੇਮਾਲ ਕਰਕੇ NIA ਨੇ ਆਪਣੇ ਹਿਸਾਬ ਨਾਲ ਸਰਕਾਰ ਦੀ ਮਦਦ ਲਈ ਕਿਸਾਨ ਲੀਡਰਾਂ ਨੂੰ ਤੇ ਜਰਨਲਿਸਟ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਭੁੱਲ ਗਏ ਕਿ ਇੱਥੇ ਤਾਂ ਕੋਈ ਬੰਦਾ ਗੋਲੀ ਤੋਂ ਡਰਦਾ ਨਹੀਂ, ਉਹ ਨੋਟਿਸਾਂ ਤੋਂ ਕੀ ਡਰੇਗਾ। ਮੇਰਾ ਖਿਆਲ ਹਾਰਡਲੀ ਕੋਈ ਐਸਾ ਬੰਦਾ ਹੋਏਗਾ ਜਿਹੜਾ ਉੱਥੇ ਪੇਸ਼ ਹੋਇਆ ਹੈ। ਫਿਰ ਅਲਟੀਮੇਟਲੀ NIA ਆਪ ਹੀ ਕਹਿਣ ਲੱਗ ਪਏ ਕਿ ਠੀਕ ਹੈ ਅਸੀਂ ਟਾਈਮ ਦੇ ਦਿੰਦੇ ਹਾਂ, ਕਿਉਂਕਿ ਸਭ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਵੇਲ ਨਹੀਂ ਹੈ ਤੁਹਾਡੀਆਂ ਫਜ਼ੂਲ ਦੀਆਂ ਗੱਲਾਂ ਕਰਨ ਲਈ। ਅਸੀਂ ਅੰਦੋਲਨ ਨੂੰ ਪਹਿਲਾਂ ਸੈਸਲ ਬਣਾਉਣਾ, ਅਸੀਂ ਇਹ ਕਾਨੂੰਨ ਵਾਪਸ ਕਰਵਾਉਣੇ ਆ, ਫਿਰ ਦੇਖਾਂਗੇ ਤੁਹਾਡੇ ਨੋਟਿਸ ਵਿੱਚ ਕਿਆ ਦਮ ਹੈ। ਜੇ ਬੈਂਸ ਸਾਹਿਬ ਜੇ ਹੁਣ ਉੱਥੇ ਜਾਂਦੇ ਨਹੀਂ ਗਏ, ਜਿਵੇਂ ਕਿ ਉਹਨਾਂ ਨੇ ਕਹਿਤਾ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਹੁਣ ਆਪ ਹੀ ਕਹਿਤਾ ਵੀ ਅਸੀਂ ਟਾਈਮ ਦੇ ਦਿੰਦੇ ਆ, ਕੱਲ ਨੂੰ ਇਸ ਚੀਜ਼ ਦਾ ਕੋਈ ਜੇ ਕਾਨੂੰਨੀ ਰੂਪ 'ਚ ਦੇਖਿਆ ਜਾਵੇ ਤਾਂ ਕਾਨੂੰਨੀ ਰੂਪ 'ਚ ਕਿਤੇ ਨਾ ਕਿਤੇ ਪਰੇਸ਼ਾਨੀਆਂ ਵਧਣਗੀਆਂ ਜਿਨ੍ਹਾਂ ਨੂੰ ਨੋਟਿਸ ਆਏ ਨੇ, ਜਾਂ ਫਿਰ ਕੋਈ ਖਾਸ ਵੱਡੀ ਗੱਲ ਨਹੀਂ ਹੈ? ਪਰੇਸ਼ਾਨੀਆਂ ਦੇਖੋ, ਜਿਹੜਾ ਹੁੰਦਾ ਨਾ ਡਰਾਵਾ, ਉਹ ਡਰਾਵਾ ਦੇ ਪਿੱਛੇ ਜੇ ਤਾਂ ਵਾਕਈ ਡਰਾਵਾ ਸੱਚਾ ਹੋਵੇ ਫਿਰ ਤਾਂ ਕੋਈ ਸਮਝ ਆਉਂਦਾ। ਜਿਨ੍ਹਾਂ ਬੰਦਿਆਂ ਨੇ ਕੁਝ ਕੰਮ ਇਹੋ ਜਿਹਾ ਕੀਤਾ ਹੀ ਨਹੀਂ। ਖਾਲਿਸਤਾਨ ਦੀ ਸਪੋਰਟ ਪੰਜਾਬ ਵਿੱਚ ਇਸ ਵੇਲੇ ਨਹੀਂ ਹੈ, ਪਿਛਲੇ 10 ਸਾਲ ਤੋਂ ਵੀ ਨਹੀਂ ਹੈ, 20 ਸਾਲਾਂ ਤੋਂ ਵੀ ਨਹੀਂ ਹੈ, ਕਦੀ ਸੀ, ਹੁਣ ਨਹੀਂ ਹੈ। ਨਾ ਹੀ ਕਿਸਾਨ ਦੇ ਮੁੱਦੇ ਤੇ ਇੰਨਾ ਕਹਿਣ ਦੇ ਬਾਵਜੂਦ ਕਿ ਖਾਲਿਸਤਾਨ ਦੀ ਸਪੋਰਟ ਕਰ ਰਿਹਾ ਕਿ ਇੱਕ ਗੱਲ ਨਹੀਂ ਚੱਲੀ, ਕਿਸੇ ਗੱਲ ਬੰਦੇ ਨੇ ਮੰਨੀ ਹੋ ਨਹੀਂ, ਕਿਉਂਕਿ ਕਿਸਾਨੀ ਦਾ ਮੁੱਦਾ ਇੰਨਾ ਵੱਡਾ ਮੁੱਦਾ ਕਿ ਇਹਦੇ 'ਚ ਖਾਲਿਸਤਾਨ ਤਾਂ ਬਹੁਤ ਛੋਟਾ ਮੁੱਦਾ ਰਹਿ ਜਾਂਦਾ ਹੈ। ਇਹ ਤਾਂ ਜੀਣ ਦਾ ਹੱਕ ਦਾ ਮੁੱਦਾ ਹੈ। ਤੋ ਇਸ ਲਈ ਜਿਹੜੀ ਸਾਰਾ ਕਹੀ ਜਾਂਦੀ, ਸਰਕਾਰ ਕਹੀ ਜਾਂਦੀ, NIA ਕਹੀ ਜਾਂਦੀ ਹੈ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਫੰਡ ਕਰ ਰਹੀ ਹੈ। ਜੇ ਖਾਲਿਸਤਾਨ ਮੂਵਮੈਂਟ ਇੰਨੀ ਮਜ਼ਬੂਤ ਹੁੰਦੀ ਔਰ ਖਾਲਿਸਤਾਨ ਮੂਵਮੈਂਟ ਲੱਖਾਂ ਲੋਕਾਂ ਨੂੰ ਇਕੱਠੇ ਕਰਕੇ ਦਿੱਲੀ ਬਾਰਡਰ ਤੇ ਲੈ ਕੇ ਚੱਲ ਜਾਂਦੀ ਤਾਂ ਫਿਰ ਤਾਂ ਖਾਲਿਸਤਾਨ ਬਣ ਹੀ ਜਾਣਾ ਸੀ। ਖਾਲਿਸਤਾਨ ਮੂਵਮੈਂਟ ਇਸ ਲਈ ਖਾਲਿਸਤਾਨ ਨਹੀਂ ਬਣ ਸਕੀ, ਖਾਲਿਸਤਾਨ ਮੂਵਮੈਂਟ ਨੇ ਕਦੀ ਪੰਜਾਬ ਦੇ ਲੋਕਾਂ ਨੇ ਉਹਦੀ ਸਪੋਰਟ ਨਹੀਂ ਕੀਤੀ। ਅਦਰਵਾਈਜ਼ ਬਾਰਡਰ ਸਟੇਟ ਹੋਵੇ, ਨਾਲ ਦਾ ਦੁਸ਼ਮਣ ਕੰਟਰੀ ਤੁਹਾਨੂੰ ਵੈਪਨ ਦੇਣ ਲਈ ਤਿਆਰ ਹੋਵੇ ਔਰ ਜੇ ਸਪੋਰਟ ਹੁੰਦੀ ਤਾਂ ਖਾਲਿਸਤਾਨ ਬਣਨ ਨੂੰ ਰੋਕ ਕੌਣ ਸਕਦਾ ਸੀ। ਮਗਰ ਦਾ ਫੈਕਟ ਕਿ ਖਾਲਿਸਤਾਨ ਨਹੀਂ ਬਣਿਆ ਇਸ ਤੋਂ ਹੀ ਪਤਾ ਲੱਗਦਾ ਹੈ। ਔਰ ਇਸ ਲਈ ਹੁਣ ਉਸੇ ਪੁਰਾਣੇ ਮੁਰਦੇ ਨੂੰ ਚੁੱਕ ਕੇ ਉਸੇ ਬਹਾਨੇ ਸਰਕਾਰ ਉਹੀ ਐਲੀਗੇਸ਼ਨਾਂ ਤੇ ਹੁਣ ਬੇਸਿਕਲੀ ਤਾਂ ਕਿਸਾਨ ਮੂਵਮੈਂਟ ਨੂੰ ਅੰਡਰਮਾਈਨ ਕਰਨਾ ਚਾਹੁੰਦੀ ਹੈ। ਕਈ ਤਰੀਕੇ ਵਰਤ ਰਹੀ ਹੈ। ਇੱਕ ਅਲੱਗ ਪੁਲਿਸ ਦਾ ਤਰੀਕਾ ਹੁੰਦਾ ਹੈ ਜਾਂ ਕਹਿ ਲਓ ਇੰਟੈਲੀਜੈਂਸ ਏਜੰਸੀਆਂ ਦਾ ਤਰੀਕਾ ਹੁੰਦਾ ਹੈ। ਮਗਰ ਜਦੋਂ ਕੋਈ ਵਾਕਿਆ ਸੱਚੀ ਹੋਵੇ ਅੰਦੋਲਨ, ਸੱਚੀ ਪ੍ਰੋਟੈਸਟ ਹੋਵੇ ਤਾਂ ਇਦਾਂ ਦੇ ਤਰੀਕੇ ਨਾਲ ਕਦੀ ਅੰਡਰਮਾਈਨ ਨਹੀਂ ਹੁੰਦੀ। ਕੋਈ ਛੋਟੀ ਮੋਟੀ ਪ੍ਰੋਟੈਸਟ ਥੋੜੀ ਹੈ, ਕੋਈ ਵਕੀਲਾਂ ਦੀ ਇੱਕ ਲੀਕ ਲੈਵਲ ਤੇ ਪ੍ਰੋਟੈਸਟ ਥੋੜੀ ਹੈ। ਇਹ ਤਾਂ ਸਾਰਾ ਦੇਸ਼ ਹੀ ਖੜਾ ਹੈ, ਜਿਹੜਾ ਵੀ ਜਾ ਸਕਦਾ ਹੈ, ਜਿਹਦੇ ਕੋਲ ਟਰੈਕਟਰ ਹੈ, ਜਿਹਦੇ ਕੋਲ 4 ਪੈਸੇ ਉਹ ਬੱਸ ਫੜ ਕੇ ਤੁਰਿਆ ਆ। ਰਾਦਰ ਅਸੀਂ ਵੀ ਸੋਚਦੇ ਹਾਂ ਕਿ 26 ਜਨਵਰੀ 'ਚ ਵਕੀਲ ਵੀ ਵੱਡੇ ਤਰੀਕੇ ਨਾਲ ਪਾਰਟਿਸਿਪੇਟ ਕਰਨਗੇ, 150 ਕਾਰਾਂ ਲੈ ਕੇ ਜਾਣਗੇ ਉੱਥੇ। ਬਿਲਕੁਲ
ਤੁਸੀਂ ਦੇਖੋ ਕਿ ਵਕੀਲ ਕਹਿੰਦੇ ਕਿ ਅਸੀਂ ਡਰਨ ਵਾਲੀ ਤਾਂ ਕੋਈ ਗੱਲ ਇਹਦੇ ਵਿੱਚ ਹੈ ਹੀ ਨਹੀਂ ਕਿ ਆਖਰਕਾਰ ਜਿਹੜੇ ਮੂਵਮੈਂਟ ਦਾ ਲੋਕ ਹਿੱਸਾ ਬਣ ਰਹੇ ਨੇ। ਖੈਰ ਐਨਆਈਏ ਨੇ ਨੋਟਿਸ ਭੇਜੇ ਨੇ, ਉਹ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਕਿ ਕਿਵੇਂ ਉਹਨਾਂ ਨੂੰ ਦੇਖਦੇ ਨੇ, ਪਰ ਕਾਨੂੰਨੀ ਤੌਰ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀ ਸੀ ਕਿ ਆਖਰ ਉਹ ਹੈ ਕੀ ਚੀਜ਼, ਕਿ ਨੋਟਿਸ ਕਿਸ ਆਧਾਰ ਤੇ ਨੇ। ਹਾਲਾਂਕਿ ਉਹਨਾਂ ਨੇ ਸਮਝਾਇਆ ਵੀ ਇਹ ਜਿਹੜਾ ਕੋਈ ਪੁਰਾਣਾ ਕੇਸ ਸੀਗਾ ਉਹਦੇ ਰਿਗਾਰਡਿੰਗ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਏਜੰਸੀ ਉਹ 'ਚ ਇਨਵੈਸਟੀਗੇਟ ਅੱਗੇ ਕਰਨਾ ਚਾਹੁੰਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਕਿਸਾਨਾਂ ਦੇ ਇਸ ਮੋਰਚੇ ਨੂੰ ਲੈ ਕੇ ਵਕੀਲ ਕਹਿੰਦੇ ਨੇ ਕਿ ਕੋਈ ਜ਼ਿਆਦਾ ਵੱਡੀ ਗੱਲ ਐਸੀ ਨਹੀਂ ਕਿ ਸਮਝਦੇ ਹੈਗੇ। ਤੁਸੀਂ ਦੇਖੋ ਕਿ ਵੱਡੀ ਤਾਦਾਦ ਦੇ ਵਿੱਚ ਵਕੀਲ ਆਏ ਨੇ। ਇੱਕ ਨਜ਼ਰ ਤੁਹਾਨੂੰ ਮਰਵਾ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਹਿਤੈਸ਼ੀ ਹੋ ਕੇ ਜਿਹੜੇ ਵਕੀਲ ਨੇ ਉਹ ਕਹਿੰਦੇ ਨੇ ਕਿ ਅਸੀਂ ਪਹੁੰਚੇ ਹਾਂ, ਤੇ ਨਾਲ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕਿਸਾਨ ਐਜੀਟੇਸ਼ਨ ਦੇ ਨਾਲ ਜੁੜਿਆ ਹੋਇਆ, ਐਨਆਈਏ ਦੇ ਨਾਲ ਜੁੜਿਆ ਹੋਇਆ ਕੋਈ ਵੀ ਕੱਲ ਨੂੰ ਕੋਈ ਸਾਡੇ ਕੋਲ ਕਲਾਇੰਟ ਆਂਦਾ, ਕੋਈ ਵੀ ਸਾਡੇ ਕੋਲ ਆਏਗਾ ਤਾਂ ਅਸੀਂ ਮੁਫਤ ਦੇ ਵਿੱਚ ਕੇਸ ਲੜਾਂਗੇ। ਵਕੀਲਾਂ ਦਾ ਵੱਡਾ ਐਲਾਨ ਕਹਿ ਸਕਦੇ ਹਾਂ। ਹਾਲਾਂਕਿ ਕਿਸਾਨਾਂ ਦੇ ਕੇਸਾਂ ਨੂੰ ਲੈ ਕੇ ਤਾਂ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਸੀਂ ਜਿਹੜਾ ਕਿ ਜਿਹੜੇ ਕੇਸ ਹੈ ਅਸੀਂ ਲੜਾਂਗੇ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਹੁਣ ਐਨਆਈਏ ਦੇ ਨੋਟਿਸਾਂ ਨੂੰ ਲੈ ਕੇ ਵੀ ਆ ਵਕੀਲਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। ਕਹਿ ਸਕਦੇ ਹਾਂ ਹਰ ਇੱਕ ਦਿਨ ਮਾਰਚ ਅੱਗੇ ਵਧ ਰਹੇ ਨੇ। 26 ਜਨਵਰੀ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਲੋਕ ਹੁਣ ਵੱਧ ਤੋਂ ਵੱਧ ਇਹ ਦਿਖਾ ਰਹੇ ਨੇ ਕਿ ਜੇਕਰ ਕੋਈ ਦਿੱਲੀ ਨਹੀਂ ਜਾ ਸਕਦਾ ਤਾਂ ਪਰ ਉਰੇ ਰਹਿ ਕੇ ਜ਼ਰੂਰ ਪ੍ਰੋਟੈਸਟ ਦਾ ਹਿੱਸਾ ਬਣ ਸਕਦਾ ਤੇ ਆਪਦੀ ਗੱਲ ਅੱਗੇ ਰੱਖ ਸਕਦਾ। ਖੈਰ ਦੇਖਣਾ ਹੋਊਗਾ ਇਸ ਚੀਜ਼ ਦਾ ਬੋਝ ਅਤੇ ਫਰਕ ਸਰਕਾਰਾਂ ਦੇ ਉੱਤੇ ਕਿੰਨਾ ਪੈਂਦਾ ਹੈ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।